ਅੱਜ ਕੁਛ ਜਗਿਆਸੂ ਮਾਈ ਭਾਈ ਮਿਲਣ ਵਾਸਤੇ ਆਏ ਸਨ। ਉਹਨਾਂ ਦੀ ਗੱਲਬਾਤ ਸੁਣ ਕੇ ਇੱਕ ਗੱਲ ਖਿਆਲ ਵਿੱਚ ਆਈ। ਜਦੋਂ ਖਿਆਲ ਵਿੱਚ ਆ ਜਾਵੇ ਫਿਰ ਮੈਂ ਛੇਤੀ ਹੀ ਕਰ ਲੈਂਦਾ ਹਾਂ ਗੱਲ, ਨਹੀਂ ਤਾਂ ਫਿਰ ਭੁੱਲ ਜਾਂਦੀ, ਵਿਸਰ ਜਾਂਦੀ, ਖਿਆਲ 'ਚੋਂ ਨਿਕਲ ਜਾਂਦੀ। ਇਹ ਗੱਲ ਜ਼ਰੂਰੀ ਵੀ ਹੈ ਕਰਨੀ, ਕਿਉਂਕਿ ਬਹੁਤ ਸਾਰੇ ਪ੍ਰੇਮੀ ਪਹਿਲਾਂ ਵੀ ਐਸੀਆਂ ਹੀ ਸਮੱਸਿਆਵਾਂ ਦੱਸਦੇ ਰਹੇ ਹਨ, ਕਈਆਂ ਨੇ ਦੱਸੀਆਂ ਹਨ। ਅਤੇ ਇਹ ਸਮੱਸਿਆ ਹੈ ਧਾਰਮਿਕ। ਇਹਨਾਂ ਵਿੱਚ ਕੁਛ ਕੁ ਸੰਗੀ ਜਿਹੜੇ ਹਨ ਉਹ ਸੇਵਾ ਸਿੰਘ ਜੀ ਤਰਮਾਲੇ ਵਾਲੇ ਹੋਏ ਹਨ, ਉਹਨਾਂ ਦੇ ਸਥਾਨ ਬਣੇ ਹੋਏ ਹਨ, ਅਤੇ ਮੈਂ ਤਾਂ ਦੇਖਿਆ ਨਹੀਂ ਹੈ, ਨਾ ਮੈਂ ਜਾਣਦਾ ਹਾਂ। ਅਤੇ ਅਜੋਕੇ ਸਮੇਂ 'ਚ ਜਿਹੜੇ ਮੁਖੀ ਹਨ ਉੱਥੋਂ ਦੇ ਸੇਵਾ ਕਰਵਾ ਰਹੇ ਹਨ, ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਅਗਰ ਕੋਈ ਪ੍ਰੇਮੀ ਉਹਨਾਂ ਦਾ ਕੋਈ ਸਤਸੰਗੀ ਇਹ ਮੈਸੇਜ, ਇਹ ਸੁਨੇਹਾ ਉਹਨਾਂ ਤੱਕ ਪਹੁੰਚਾ ਦੇਵੇ, ਕਿਉਂਕਿ ਉਹ ਸਿਮਰਨ ਕਰਾਉਂਦੇ ਹਨ। ਅਤੇ ਹੋਰ ਵੀ ਜਿਹੜੇ ਸਾਧੂ ਮਹਾਤਮਾ ਕਈ ਕਰਵਾ ਰਹੇ ਹਨ ਸਿਮਰਨ, ਧਿਆਨ ਲਵਾ ਰਹੇ ਹਨ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ, ਕੁਛ ਕੁ ਗੱਲਾਂ ਖਿਆਲ ਵਿੱਚ ਰੱਖਣ ਯੋਗ ਹਨ। ਐਸਾ ਨਹੀਂ ਹੈ ਵੀ ਮੈਂ ਤੁਹਾਡੇ ਤੋਂ ਵੱਡਾ ਹਾਂ, ਕੋਈ ਮਹਾਨ ਹਾਂ, ਇਸ ਕਰਕੇ ਕਹਿ ਰਿਹਾ ਨਹੀਂ, ਮੈਂ ਕੁਛ ਕੁ ਜਾਣ ਕੇ ਕਹਿ ਰਿਹਾ ਹਾਂ ਵੀ ਜਿਹੜਾ ਅਧਿਆਤਮ ਦਾ ਰਸਤਾ ਹੈ ਨਾ, ਪਰਮਾਰਥ, ਪਰਮਾਤਮਾ ਕਹਿ ਲਓ, ਇੱਧਰ ਨੂੰ ਜਾਣ ਵਾਸਤੇ ਸ਼ੂਦਰ ਅਰਥ ਤਿਆਗਣਾ ਪੈਂਦਾ ਹੈ। ਸੱਤ ਵੱਲ ਨੂੰ ਜਾਣ ਵਾਸਤੇ ਅਸੱਤ ਦਾ ਤਿਆਗ ਕਰਨਾ ਪੈਂਦਾ ਹੈ। ਹੁਣ ਸਮੱਸਿਆ ਇਹ ਖੜੀ ਹੋ ਰਹੀ ਹੈ, ਜਿਹੜੇ ਸਿਮਰਨ ਕਰਨ ਵਾਲੇ ਹਨ ਉਹ ਸਿਮਰਨ ਕਰ ਰਹੇ ਹਨ, ਉੱਥੇ ਕਈ ਰਹਿ ਕੇ ਆਏ ਹਨ ਕਈ ਸਾਲ, ਉਹਨਾਂ ਦਾ ਸਿਮਰਨ ਚੱਲ ਰਿਹਾ ਹੈ ਅੰਦਰ ਕਈਆਂ ਦਾ, ਵਾਹਿਗੁਰੂ ਮੰਤਰ, ਕਈਆਂ ਦਾ ਧਿਆਨ ਲੱਗ ਰਿਹਾ ਹੈ, ਕਈਆਂ ਨੂੰ ਧੁਨ ਸੁਣਾਈ ਦੇ ਰਹੀ, ਉਹਨੂੰ ਉਹ ਸਹਿਜ ਧੁਨ ਕਹਿੰਦੇ ਆ, ਪਰ ਇਹਦੇ ਨਾਲ ਨਾਲ ਉਹਨਾਂ ਦਾ ਮਨ ਵੀ ਚੱਲ ਰਿਹਾ ਹੈ, ਵਿਚਾਰ ਵੀ ਚੱਲ ਰਹੇ ਹਨ, ਸੰਸਾਰਿਕ ਸਮੱਸਿਆਵਾਂ ਵੀ ਆ ਰਹੀਆਂ, ਉਹ ਦੁਖੀ ਸੁਖੀ ਵੀ ਹੋ ਰਹੇ ਹਨ। ਅਤੇ ਦੁੱਖ ਸੁੱਖ ਪੈਦਾ ਕਿਵੇਂ ਹੋ ਰਿਹਾ ਹੈ ਸੰਸਾਰ 'ਚ? ਮਾਨਸਿਕ, ਕਿਆ ਹੈ ਨਾ, ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨ, ਤੇਹ ਨਰ ਮੁਕਤਾ ਜਾਨ, ਉਹ ਮੁਕਤ ਹੈ। ਹੁਣ ਹਰਖ ਸੋਗ ਤੇ ਵਿਆਪ ਰਿਹਾ ਹੈ ਸੰਸਾਰ ਦੇ ਵਿੱਚ, ਚਿੱਤ ਲੱਗਾ ਹੋਇਆ, ਧਿਆਨ ਲੱਗਾ ਹੋਇਆ। ਹੁਣ ਤੁਸੀਂ
ਸਿਮਰਨ ਕਰਨ ਵਾਸਤੇ ਤੇ ਕਹਿੰਦੇ ਹੋ ਪਰਮਾਤਮਾ ਨੂੰ ਯਾਦ ਕਰੋ, ਸਿਮਰਨ ਕਰੋ, ਕੋਈ ਕਹਿੰਦਾ ਹੈ ਧਿਆਨ ਕਰੋ, ਧਿਆਨ ਲਾਓ, ਪਰ ਦੂਸਰੀ ਗੱਲ ਕੋਈ ਨਹੀਂ ਦੱਸ ਰਿਹਾ ਹੈ ਵੀ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਸੰਸਾਰ ਦੀ ਮੋਹ ਮਮਤਾ ਛੱਡਣੀ ਹੈ। ਸੰਸਾਰ ਦੇ ਨਾਲ ਧਿਆਨ ਲੱਗਾ ਹੋਇਆ ਹੈ ਨਾ, ਸੁਰਤ ਜੁੜੀ ਹੋਈ ਹੈ, ਤੇ ਸੁਰਤ ਉਹਨਾਂ ਚਿਰ ਅੰਦਰ ਨਹੀਂ ਲੱਗੇਗੀ। ਤੇ ਇੱਥੇ ਇੱਕ ਨੁਕਸਾਨ ਇਹ ਹੋ ਰਿਹਾ ਹੈ ਵੀ ਬਹੁਤਿਆਂ ਦਾ ਦੋਵੇਂ ਹੀ ਕੰਮ ਕਰ ਰਿਹਾ ਹੈ ਮਨ। ਅਕਸਰ ਐਸਾ ਮੈਂ ਦੇਖਿਆ ਵੀ ਹੈ, ਇੱਕ ਬਜ਼ੁਰਗ ਨੂੰ ਵੀ ਉਹਦਾ ਵੀ ਅੰਦਰ ਸਿਮਰਨ ਚੱਲ ਰਿਹਾ ਸੀ, ਤੇ ਇੱਦਾਂ ਹੀ ਕਿਸੇ ਸਥਾਨ 'ਤੇ ਅਭਿਆਸ ਕਰਵਾ ਰਹੇ ਸਨ, ਤੇ ਉਹ ਕਹਿੰਦਾ ਮੈਨੂੰ ਅਭਿਆਸ ਕਰਨ ਦੀ ਕੀ ਲੋੜ ਆ, ਮੇਰਾ ਤੇ ਅੰਦਰ ਸਿਮਰਨ ਚੱਲ ਹੀ ਰਿਹਾ ਹੈ। ਕੰਨ ਲਾ ਕੇ ਦੇਖੋ, ਉਹ ਸਿਰ ਨੂੰ ਕੰਨ ਲਾ ਕੇ ਦੇਖੇ ਤਾਂ ਉਹਦੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ। ਦੇਖੋ ਸਿਮਰਨ ਚੱਲ ਰਿਹਾ, ਇਹਨੂੰ ਹੀ ਤੁਸੀਂ ਸਿਮਰਨ ਕਹਿੰਦੇ ਹੋ। ਪਰ ਨਾਲ ਨਾਲ ਮਨ ਵੀ ਚੱਲ ਰਿਹਾ ਹੈ, ਮਨ ਵੀ ਉਲਝਿਆ ਹੋਇਆ ਸੰਸਾਰ 'ਚ। ਦੋਵੇਂ ਕੰਮ ਹੀ ਹੋ ਰਹੇ ਹਨ। ਤੇ ਸੰਸਾਰ ਵੱਲ ਜਿੰਨਾ ਚਿਰ ਹੈ ਧਿਆਨ, ਉਹਨਾਂ ਚਿਰ ਸਿਮਰਨ ਤੇ ਹੋ ਹੀ ਨਹੀਂ ਸਕਦਾ ਹੈ। ਸਿਮਰਨ ਦਾ ਅਰਥ ਇਹ ਹੁੰਦਾ ਹੈ ਯਾਦ। ਸਿਮਰਨ ਦਾ ਅਰਥ ਹੈ ਯਾਦ ਕਰਨ, ਚੇਤੇ ਕਰਨ। ਹੁਣ ਚਿੱਤ ਵਿੱਚ ਸੰਸਾਰ ਵਸਿਆ ਹੋਇਆ ਹੈ, ਯਾਦ ਤੇ ਸੰਸਾਰ ਦੀ ਚੱਲ ਰਹੀ ਹੈ। ਹੁਣ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਓ ਜਾਂ ਧਿਆਨ ਲਾਈ ਜਾਓ, ਧਿਆਨ ਬਾਹਰੋਂ ਤੇ ਨਹੀਂ ਹਟ ਰਿਹਾ ਹੈ, ਸੁਰਤ ਤੇ ਬਾਹਰ ਲੱਗੀ ਹੋਈ ਨਾ। ਤੇ ਕਈ ਧੁਨ ਸੁਣ ਰਹੇ ਹਨ, ਧੁਨ ਤੇ ਕੋਈ ਨਾ ਕੋਈ ਸੁਣਾਈ ਦੇ ਜਾਂਦੀ ਹੈ। ਅਗਰ ਤੁਸੀਂ ਗੌਰ ਕਰੋ, ਅੰਦਰ ਧੁਨਾਂ ਕਈ ਚੱਲ ਰਹੀਆਂ ਹਨ। ਕਈਆਂ ਨੂੰ ਦਿਮਾਗੀ ਖੁਸ਼ਕੀ ਕਰਕੇ ਵੀ ਧੁਨ ਸੁਣਾਈ ਦੇਣ ਲੱਗ ਜਾਂਦੀ, ਜ਼ਿਆਦਾ ਖੁਸ਼ਕੀ ਹੋ ਗਈ। ਤੋ ਧੁਨ ਸੁਣਨ ਦੇ ਨਾਲ ਕੋਈ ਉਪਲਬਧੀ ਥੋੜ੍ਹੀ ਹੋ ਜਾਣੀ। ਇਹ ਤਾਂ ਸਹਿਯੋਗੀ ਹਨ, ਖਿਆਲ ਵਿੱਚ ਰੱਖੋ। ਸ਼ਬਦ ਸਹਿਯੋਗੀ ਹੈ ਮਨ ਨੂੰ ਟਿਕਾਉਣ ਵਾਸਤੇ, ਬਾਹਰੋਂ ਹਟਾਉਣ ਵਾਸਤੇ ਕਹਿ ਲਓ। ਇੱਦਾਂ ਹੀ ਧੁਨ ਸਹਿਯੋਗੀ ਹੈ ਬਾਹਰੋਂ ਧਿਆਨ ਹਟਾਉਣ ਵਾਸਤੇ, ਧਿਆਨ ਸਹਿਯੋਗੀ ਹੈ ਬਾਹਰੋਂ ਧਿਆਨ ਹਟਾਉਣ ਵਾਸਤੇ, ਪਰ ਉਪਲਬਧੀ ਨਹੀਂ ਹੈ। ਇਹਨਾਂ ਦਾ ਸਹਿਯੋਗ ਲੈਣਾ ਹੈ। ਕਿਹਾ ਵੀ ਹੈ ਨਾ, ਜੋ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਥੰਮਨ। ਥੰਮ ਦੇ ਕੇ ਰੋਕ ਲਿਆ ਸ਼ਬਦ ਦੁਆਰਾ ਮਨ ਨੂੰ, ਬਾਹਰੋਂ ਰੋਕਣਾ ਹੈ ਨਾ। ਫਿਰ ਬਾਹਰੋਂ ਥੋੜ੍ਹਾ ਚਿਰ ਤੇ ਕਈ ਰੋਕ ਵੀ ਲੈਂਦੇ ਹਨ, ਕੁਛ ਚਿਰ ਰੁਕ ਜਾਂਦਾ ਹੈ ਮਾੜਾ ਮੋਟਾ, ਕਈਆਂ ਦਾ ਸ਼ਾਂਤ ਹੋ ਜਾਂਦਾ, ਕਈਆਂ ਨੂੰ ਨੀਂਦ ਆ ਜਾਂਦੀ, ਉਹ ਸਮਝ ਲੈਂਦੇ ਹੈ ਸਮਾਧੀ ਲੱਗ ਗਈ। ਪਰ ਟੋਟਲ ਹਟਾਉਣਾ ਹੈ। ਤੇ ਟੋਟਲ ਉਹਨਾਂ ਚਿਰ ਹਟ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਹਟਾਉਣ ਨੂੰ ਤਿਆਰ ਨਾ ਹੋ ਬਾਹਰੋਂ ਸੰਸਾਰ ਵੱਲੋਂ ਧਿਆਨ। ਤੇ ਬਹੁਤ ਕਠਿਨ ਹੈ ਸੰਸਾਰ ਨੂੰ ਛੱਡਣਾ, ਧਿਆਨ ਹਟਾਉਣਾ, ਮੋਹ ਮਮਤਾ ਛੱਡਣੀ। ਪਰ ਲੋਕ ਸੋਚਦੇ ਹਨ ਵੀ ਚਲੋ ਸਿਮਰਨ ਕਰਨ ਨੂੰ ਕਹਿੰਦੇ ਹਨ, ਸਿਮਰਨ ਕਰਕੇ ਪਰਮਾਤਮਾ ਨੂੰ ਪਾ ਲਈ, ਤਾਂ ਸਿਮਰਨ ਕਰ ਲੱਗ ਜਾਂਦੇ ਹਨ। ਪਰ ਕਈ ਵਿਸ਼ਪਤ ਹੋ ਰਹੇ ਹਨ, ਕਈ ਉਲਝ ਰਹੇ ਹਨ। ਤੇ ਇਸ ਕਾਰਨ ਮੈਂ ਕਹਿ ਰਿਹਾ ਹਾਂ, ਬੇਨਤੀ ਕਰਦਾ ਹਾਂ ਵੀ ਜਿਹੜੇ ਬਹੁਤ ਜ਼ਿਆਦਾ ਉਲਝ ਰਹੇ ਹਨ, ਕਈਆਂ ਨੂੰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ,
ਤੇ ਉਹਨਾਂ ਤੇ ਤਰਸ ਕਰੋ, ਖਿਆਲ ਵਿੱਚ ਰੱਖੋ। ਝੂਠ ਵੱਲੋਂ ਧਿਆਨ ਹਟਾਉਣਾ ਹੈ। ਇਸ ਕਰਕੇ ਵੈਰਾਗ ਕਿਹਾ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਵੈਰਾਗ, ਸੰਸਾਰ ਵੱਲੋਂ ਵੈਰਾਗ ਹੋਵੇਗਾ ਤਾਂ ਹੀ ਪਰਮਾਤਮਾ ਨਾਲ ਰਾਗ ਹੋਵੇਗਾ ਅਤੇ ਸਿਮਰਨ ਹੋਵੇਗਾ। ਯਾਦ ਉਹਦੀ ਆਉਂਦੀ ਹੈ ਜਿਹਦੇ ਨਾਲ ਪਿਆਰ ਹੋਵੇ। ਅਤੇ ਜਦੋਂ ਪਰਮਾਤਮਾ ਨਾਲ ਪਿਆਰ ਹੋਇਆ ਤਾਂ ਸੰਸਾਰ ਨਾਲ ਵੈਰਾਗ ਹੋਵੇਗਾ। ਚੰਗਾ ਨਹੀਂ ਲੱਗੇਗਾ, ਛੁੱਟੇਗਾ, ਟੁੱਟੇਗਾ ਮੋਹ ਇੱਧਰੋਂ। ਅਤੇ ਮੋਹ ਟੁੱਟੇਗਾ ਤਾਂ ਹੀ ਹੈ ਨਾ। ਮੋਹ ਦਾ ਕਰਕੇ ਤਾਂ ਚਿੱਤ ਲੱਗਾ ਹੋਇਆ, ਮੋਹ ਦਾ ਕਰਕੇ ਤਾਂ ਸੁੱਤੇ ਆ ਸਾਰੇ। ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਚਿੱਤ ਮੋਹ ਪਿਆਰ ਦੇ ਵਿੱਚ ਲੱਗਾ ਹੋਇਆ, ਸੁੱਤਾ ਹੋਇਆ। ਅਤੇ ਇੱਧਰੋਂ ਹਟਾਉਣਾ ਹੈ ਚਿੱਤ ਸੰਸਾਰ ਵੱਲੋਂ। ਅਤੇ ਜ਼ਿਆਦਾ ਜਿਹੜੀ ਸੰਗਤ ਤੁਹਾਡੇ ਕੋਲ ਆਉਂਦੀ ਹੈ, ਸੰਗੀ ਜੁੜੇ ਹੋਏ ਹਨ, ਪਰਮਾਤਮਾ ਵੱਲ ਜਾਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਇਹ ਗੱਲ ਨਾਲ ਨਾਲ ਕਹੋ ਵੀ ਇਹ ਜੋ ਮੋਹ ਮਾਇਆ ਹੈ ਨਾ ਸੰਸਾਰ ਦੀ, ਛੱਡਣੀ ਹੈ। ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਪਰ ਇਹ ਕਹਿਣ ਦਾ ਵੀ ਅਸਰ ਤਾਂ ਹੀ ਹੋਵੇਗਾ ਪਹਿਲਾਂ ਤੁਸੀਂ ਹਟਾਓ। ਕਿਉਂਕਿ ਤੁਹਾਡਾ ਵੀ ਧਿਆਨ ਹਟਿਆ ਨਹੀਂ ਹੋਇਆ ਹੈ। ਜ਼ਿਆਦਾਤਰ ਜਿਹੜੇ ਡੇਰੇਦਾਰ ਹਨ, ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਹੈ ਇਸ ਸਥਾਨ ਨਾਲ, ਕਿਉਂਕਿ ਉਹਨੂੰ ਚਲਾਉਣਾ ਹੈ, ਬਹੁਤ ਇੰਤਜ਼ਾਮ ਕਰਨਾ ਹੈ। ਅਤੇ ਜਿੰਨਾ ਜ਼ਿਆਦਾ ਵੱਡਾ ਨੰਬਰ ਓਨਾ ਜ਼ਿਆਦਾ ਧਿਆਨ ਲੱਗਾ ਹੁੰਦਾ ਹੈ। ਹਟਾਉਣਾ ਔਖਾ ਹੈ। ਡੇਰੇਦਾਰ ਨੂੰ ਜ਼ਿਆਦਾ ਧਿਆਨ ਹਟਾਉਣਾ ਔਖਾ, ਇਸ ਖਿਆਲ ਵਿੱਚ ਰੱਖਿਓ, ਕਿਉਂਕਿ ਜ਼ਿਆਦਾ ਉਲਝ ਜਾਂਦਾ ਹੈ ਅਤੇ ਬਹੁਤ ਕਠਿਨ ਹੈ। ਅਤੇ ਜਿੰਨਾ ਚਿਰ ਤੁਸੀਂ ਨਹੀਂ ਹਟਾਉਂਦੇ ਹੋ ਤਾਂ ਦੂਸਰੇ ਨੂੰ ਕਹਿ ਵੀ ਨਹੀਂ ਸਕਦੇ ਹੋ, ਅਤੇ ਕਹੋਗੇ ਵੀ ਤਾਂ ਅਸਰ ਨਹੀਂ ਹੋਵੇਗਾ। ਅਤੇ ਤੁਹਾਨੂੰ ਜੀਵਨ ਮਿਲਿਆ ਹੋਇਆ ਹੈ। ਅਗਰ ਤੁਸੀਂ ਆਪਣਾ ਆਪ ਸਵਾਰ ਨਹੀਂ ਸਕਦੇ ਹੋ, ਆਪਣੀ ਮੈਂ ਨਹੀਂ ਗਵਾ ਸਕਦੇ ਹੋ, ਮਿਟ ਨਹੀਂ ਸਕਦੇ ਹੋ। ਮਿਟਣਾ ਸੰਸਾਰ ਵੱਲੋਂ ਹੀ ਹੈ। ਜਿੰਦੇ ਜੀ ਮਿਟ ਜਾਓ, ਨਹੀਂ ਤਾਂ ਮੌਤ ਮਿਟਾਵੇਗੀ। ਜੋ ਮੌਤ ਨੇ ਛਡਾਉਣਾ ਹੈ ਤੁਹਾਡੇ ਕੋਲ, ਉਹ ਜਿੰਦੇ ਜੀ ਛੱਡਣਾ ਹੈ। ਉਹਨੂੰ ਹੀ ਮਰਨਾ ਕਿਹਾ ਹੈ। ਜਿੰਦੇ ਜੀ ਮਰਨਾ। ਮੌਤ ਨੇ ਕੀ ਛਡਾਉਣਾ ਹੈ? ਸਭ ਕੁਛ। ਇੱਦਾਂ ਹੀ ਜਿੰਦੇ ਜੀ ਛੱਡ ਕੇ, ਛੱਡਣਾ ਸਰੀਰ ਕਰਕੇ ਨਹੀਂ ਹੈ, ਖਿਆਲ ਵਿੱਚ ਰੱਖੋ। ਧਿਆਨ ਹਟਾਉਣਾ, ਸੁਰਤ ਹਟਾਉਣੀ, ਮਨ ਹਟਾਉਣਾ। ਫਿਰ ਸੰਸਾਰ ਤੁਹਾਡਾ ਨਾ ਰਹਿ ਜਾਵੇਗਾ। ਫਿਰ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਵੱਖ ਰਹੋਗੇ। ਤੁਹਾਡਾ ਜੋੜ ਬਣੇਗਾ ਨਹੀਂ। ਭਗਤਾ ਅਤੇ ਸਹਿਸਾਰੀਆਂ ਜੋੜ ਕਦੇ ਨਹੀਂ ਆਉਂਦਾ। ਉਹ ਵੱਖ ਹੋ ਜਾਣਗੇ ਸੰਸਾਰੀ। ਜਿਨ੍ਹਾਂ ਦੀ ਸੁਰਤ ਬਾਹਰ ਜੁੜੀ ਹੋਈ ਹੈ। ਅਤੇ ਬਾਹਰ ਜਿੰਨਾ ਚਿਰ ਸੁਰਤ ਜੁੜੀ ਹੋਈ, ਸੰਸਾਰ ਨਾਲ ਜੁੜੀ ਹੈ, ਬਹੁਤਿਆਂ ਦੀ ਧਰਮ ਨਾਲ ਵੀ ਜੁੜੀ ਹੋਈ ਹੈ। ਧਰਮ ਨਾਲ ਵੀ ਓਨਾ ਹੀ ਮੋਹ ਹੈ। ਕਈਆਂ ਦਾ ਵੱਧ ਹੋ ਜਾਂਦਾ ਅਤੇ ਮੋਹ ਛੱਡਣਾ ਹੈ। ਅੰਦਰ ਤੁਸੀਂ ਜਾਓਗੇ ਜਦੋਂ ਨਾ, ਉਦੋਂ ਕੁਛ ਬਣ ਕੇ ਥੋੜ੍ਹੀ ਜਾਓਗੇ। ਅੰਦਰ ਪਰਮਾਤਮਾ ਕੋਈ ਸਿੱਖ, ਹਿੰਦੂ, ਮੁਸਲਮਾਨ ਥੋੜ੍ਹੀ ਹੈ। ਉਹ ਤਾਂ ਸਭ ਬਾਹਰ ਛੁੱਟ ਜਾਂਦੇ ਹਨ।
ਉਹ ਬਾਹਰ ਹੀ ਰਹਿ ਜਾਂਦੇ ਹਨ। ਹਾਂ, ਰਸਤੇ ਹਨ ਇਹ, ਤੇ ਕਿਸੇ ਵੀ ਰਸਤੇ 'ਤੇ ਚੱਲੋ, ਪਰ ਵਾਸਤਵਿਕ ਜਿਹੜਾ ਵੀ ਰਸਤਾ ਹੈ ਸੱਚ ਵਾਲੇ ਪਾਸੇ ਨੂੰ ਜਾਂਦਾ ਹੈ ਨਾ, ਉਹ ਰਸਤੇ 'ਤੇ ਉਹ ਹੀ ਚੱਲਦਾ ਹੈ ਜਿਹੜਾ ਝੂਠ ਵੱਲ ਪਿੱਠ ਕਰ ਲੈਂਦਾ ਹੈ। ਉਹੋ ਹੀ ਚੱਲਦਾ ਹੈ, ਉਹਨੂੰ ਕਿਹਾ ਗੁਰਮੁਖ, ਗੁਰੂ ਵੱਲ ਮੁਖ ਕਰ ਲਿਆ ਜਾਂ ਪਰਮਾਤਮਾ ਵੱਲ ਮੁਖ ਕਰ ਲਿਆ, ਇੱਕੋ ਹੀ ਗੱਲ ਹੈ। ਗੁਰੂ ਵੀ ਸੰਸਾਰ ਤੋਂ ਮੁਕਤ ਕਰਦਾ ਹੈ, ਪਰਮਾਤਮਾ ਗੁਰਮੁਖ ਹੋ ਗਿਆ, ਮੁਖ ਗੁਰੂ ਵੱਲ ਹੋ ਗਿਆ, ਪਰਮਾਤਮਾ ਸੰਸਾਰ ਵੱਲ ਪਿੱਠ ਹੋ ਗਈ ਜਾਂ ਪਰਮਾਤਮਾ ਵੱਲ ਮੁਖ ਹੋ ਗਿਆ, ਅਤੇ ਪਦਾਰਥ ਵੱਲ ਪਿੱਠ ਹੋ ਗਈ। ਪਦਾਰਥ ਨੂੰ ਛੱਡਣਾ ਹੈ, ਪਦਾਰਥ 'ਤੇ ਧਿਆਨ ਲੱਗ ਗਿਆ, ਸੁਰਤ ਲੱਗ ਗਈ, ਸੁਰਤ ਜੁੜ ਗਈ ਪਦਾਰਥ ਨਾਲ, ਅਤੇ ਪਰਮਾਤਮਾ ਨਾਲ ਉਹਨਾਂ ਚਿਰ ਨਹੀਂ ਜੁੜੇਗੀ। ਖਿਆਲ ਵਿੱਚ ਰੱਖੋ। ਅਤੇ ਪਦਾਰਥ ਨਾਲੋਂ ਬਿਲਕੁਲ ਸੁਰਤ ਹਟਾਉਣੀ, ਜਿੰਨਾ ਚਿਰ ਵਿਚਾਰ ਚੱਲ ਰਹੇ ਹਨ, ਮਨ ਚੱਲ ਰਿਹਾ ਹੈ, ਉਹਨਾਂ ਚਿਰ ਤੁਸੀਂ ਸੰਸਾਰ ਦੇ ਵਿੱਚ ਹੀ ਹੋ। ਵਿਚਾਰ ਸੰਸਾਰ ਦਾ ਹਿੱਸਾ ਹਨ। ਵਿਚਾਰ ਅਨੇਕਤਾ 'ਤੇ ਚੱਲਦੇ ਹਨ, ਸੰਸਾਰ ਵਿੱਚ ਚੱਲਦੇ ਹਨ। ਇੱਕ ਵਿੱਚ ਵਿਚਾਰ ਥੋੜ੍ਹੀ ਚੱਲੇਗਾ। ਪ੍ਰਭੂ ਦੇ ਪਿਆਰੇ ਕੋ ਸੋਚਦੇ ਥੋੜ੍ਹੀ ਹਨ। ਇੱਕ ਵਿੱਚ ਕੋਈ ਵਿਚਾਰ ਨਹੀਂ ਹੁੰਦਾ, ਅਨੇਕ ਵਿੱਚ। ਇਸ ਕਰਕੇ ਬੋਲਣ ਵੇਲੇ ਵਿਚਾਰ ਕਰਨਾ ਪੈਂਦਾ, ਦੂਸਰੇ ਨੂੰ ਸਮਝਾਉਣਾ ਹੈ। ਦਵੈਤ ਵਿੱਚ ਬੋਲਣਾ ਪੈਂਦਾ ਹੈ, ਪਰ ਅਦਵੈਤ ਵਿੱਚ ਬੋਲਣ ਦੀ ਵੀ ਨਹੀਂ ਲੋੜ ਹੈ। ਉੱਥੇ ਤਾਂ ਮੌਨ ਹੈ, ਕੋਈ ਵਿਚਾਰ ਨਹੀਂ। ਇਸ ਕਰਕੇ ਸ਼ਬਦ ਦੇ ਸਹਾਰੇ ਨਿਸ਼ਬਦ ਵੱਲ ਨੂੰ ਜਾਣਾ, ਵਿਚਾਰ ਦੇ ਸਹਾਰੇ ਨਿਰਵਿਚਾਰ ਹੋਣਾ। ਖਿਆਲ ਵਿੱਚ ਰੱਖੋ।